ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਜ ਹਰਿਆਣਾ ਤੋਂ ਸਾਡੇ ਖਾਸ ਮਹਿਮਾਨ ਸਰਦਾਰ ਸਵਰਨ ਸਿੰਘ ਵਿਰਕ ਮੌਜੂਦ ਨੇ, ਜੋ ਹਰਿਆਣਾ ਦੀ ਸਿਆਸਤ ਨੂੰ ਬਾਖੂਬੀ ਸਮਝਦੇ ਨੇ। ਲੰਮੇ ਸਮੇਂ ਤੋਂ ਹਰਿਆਣੇ ਦੀ ਸਿਆਸਤ ਦੇ ਨਾਲ ਜੁੜੇ ਹੋਏ ਨੇ, ਜਾਂ ਕਹਿ ਲਓ ਕਿ ਜੋ ਸਿਆਸੀ ਧਿਰਾਂ ਦੇ ਵਿੱਚ ਵਾਪਰ ਰਿਹਾ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਪਰ ਜਿਹੜੇ ਏਜੰਡੇ ਹੁੰਦੇ ਨੇ ਉਹ ਬੇਹੱਦ ਅਹਿਮ ਹੁੰਦੇ ਨੇ ਕਿ ਕਿਸ ਏਜੰਡੇ ਤਹਿਤ ਕਿਹੜੀ ਸਰਕਾਰ ਕੰਮ ਕਰ ਰਹੀ ਹੈ। ਮੌਜੂਦਾ ਸਮੇਂ ਦੇ ਵਿੱਚ ਜੋ ਕੁਝ ਹਰਿਆਣਾ ਦੇ ਨੂੰਹ ਦੇ ਵਿੱਚ ਵਾਪਰਿਆ, ਹਰਿਆਣਾ ਸਰਕਾਰ ਦੀ ਸਥਿਤੀ ਕੀ ਹੈ, ਅੱਗੇ ਹਰਿਆਣੇ ਦੀ ਜਦੋਂ ਇਲੈਕਸ਼ਨਸ ਆਉਣੀਆਂ ਨੇ ਉਹਨੂੰ ਲੈ ਕੇ ਕਿਸ ਤਰੀਕੇ ਨਾਲ ਇਹਨਾਂ ਘਟਨਾਵਾਂ ਨੂੰ ਵੇਖਿਆ ਜਾਂਦਾ, ਜਾਂ ਹਰਿਆਣੇ ਦੇ ਮੁੱਦੇ ਕੀ ਨੇ, ਅਸੀਂ ਉਹ ਸਾਰੀ ਗੱਲਬਾਤ ਇਸ ਚਰਚਾ ਦੇ ਦੌਰਾਨ ਕਰਾਂਗੇ। ਸਵਾਗਤ ਹੈ ਤੁਹਾਡਾ ਵਿਰਕ ਸਾਹਿਬ। ਧੰਨਵਾਦ ਜੀ। ਜੀ ਸ਼ੁਕਰੀਆ। ਪੰਜਾਬ ਚੈਨਲ ਦੇ ਨਾਲ ਗੱਲਬਾਤ ਕਰਨ ਦਾ ਜੀ ਮੌਕਾ ਦੇਣ ਦਾ ਤੁਹਾਡਾ ਵੀ ਧੰਨਵਾਦ ਜੀ। ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਵੀ ਸਾਨੂੰ ਸਮਾਂ ਦਿੱਤਾ। ਸਾਡੇ ਜਿਹੜੇ ਦਰਸ਼ਕ ਨੇ, ਮੇਰੇ ਖਿਆਲ ਦੇ ਵਿੱਚੋਂ ਪਹਿਲੀ ਵਾਰ ਹੈ ਕਿ ਅਸੀਂ ਹਰਿਆਣੇ ਤੋਂ ਹੀ ਹਰਿਆਣੇ ਦੇ ਮਸਲਿਆਂ ਦੇ ਬਾਰੇ ਤੁਹਾਨੂੰ ਜੋੜਿਆ, ਤਾਂ ਕਿ ਅਸਲੀਅਤ ਜੋ ਹੈ ਹਕੀਕਤ ਤੋਂ ਪਤਾ ਲੱਗ ਸਕੇ। ਵਿਰਕ ਸਾਹਿਬ, ਮੈਂ ਨੂੰਹ ਦੇ ਮਸਲੇ ਤੋਂ ਸਵਾਲ ਸ਼ੁਰੂ ਕਰਨਾ ਚਾਹਾਂਗਾ ਕਿ ਨੂੰਹ ਦੇ ਵਿੱਚ ਜੋ ਕੁਝ ਵਾਪਰ ਰਿਹਾ, ਅੱਜ ਤੱਕ ਮੈਂ ਆਪਣੀ ਹੋਸ਼ ਦੇ ਵਿੱਚ ਕਦੇ ਇਹ ਸੁਣਿਆ ਨਹੀਂ ਕਿ ਹਰਿਆਣੇ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਹਿੰਦੂ ਮੁਸਲਿਮ ਦਾ ਮਸਲਾ ਉੱਭਰਿਆ ਹੋਵੇ, ਜਾਂ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਸਹਿਮ ਪੈਦਾ ਹੋਇਆ ਹੋਵੇ, ਅੱਗਾਂ ਲੱਗ ਜਾਣੀਆਂ। ਇਸ ਘਟਨਾ ਨੂੰ ਲੈ ਕੇ ਥੋੜਾ ਜਿਹਾ ਦੱਸਿਓ ਕਿ ਕਿਸ ਤਰ੍ਹਾਂ ਦੇ ਹਾਲਾਤ, ਜਾਂ ਨੂੰਹ ਦਾ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਰਹੀ, ਕਿਉਂ ਇਹ ਘਟਨਾ ਵਾਪਰੀ, ਇਹਦੇ ਪਿੱਛੇ ਕੀ ਕਾਰਨ ਮੰਨਿਆ ਜਾ ਸਕਦਾ, ਤੁਸੀਂ ਇਸ ਸਭ ਨੂੰ ਕਿੱਦਾਂ ਦੇਖਿਆ? ਇੱਕ ਉਰਦੂ ਦਾ ਕੁਝ ਇਸ ਤਰ੍ਹਾਂ ਦਾ ਸ਼ੇਰ ਹੈ, ਬਹੁਤ ਮੁਸ਼ਕਿਲ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ, ਅਹਿਲੇ दानिश ਨੇ ਕੁਛ ਐਸੇ ਉਲਝਾਈ ਹੈ। ਜੀ ਇਹ ਜਦੋਂ ਸਿਆਸਤਦਾਨ ਅੱਖਾਂ ਤੇ ਸਵਾਰਥ ਦੀ ਪੱਟੀ ਬੰਨ੍ਹ ਲੈਣ, ਜੀ ਜਦੋਂ ਸਿਰਫ ਚੋਣਾਂ ਜਿੱਤਣੀਆਂ ਹੀ ਉਹਨਾਂ ਦਾ ਇੱਕਮਾਤਰ ਮਕਸਦ ਰਹਿ ਜਾਵੇ, ਔਰ ਲੋਕਾਂ ਦੇ ਭਖਦੇ ਮਸਲਿਆਂ ਤੋਂ, ਉਹਨਾਂ ਦੀਆਂ ਫੌਰੀ ਲੋੜਾਂ ਤੋਂ, ਉਹਨਾਂ ਦੀਆਂ ਮੁਸ਼ਕਲਾਂ ਤੋਂ ਸਰਕਾਰਾਂ ਕੰਨੀ ਕਤਰਾ ਕੇ ਲੰਘ ਜਾਣ, ਤੇ ਫਿਰ ਉਹ ਸੱਤਾ ਹਾਸਲ ਕਰਨ ਵਾਸਤੇ ਸ਼ਾਰਟ ਕੱਟ ਭਾਲਦੀਆਂ ਨੇ ਕਿ ਕੋਈ ਵੀ ਜਿਹੜਾ ਉਹਨਾਂ ਨੂੰ ਬਹੁਤ ਛੇਤੀ ਉਹ ਕੁਰਸੀ ਤੱਕ ਕਿਹੜੇ ਰਸਤਿਓਂ, ਕਿਹੜੇ ਪੈਂਡੇ ਨਾਲ ਅੱਪੜ ਸਕਦੇ ਨੇ। ਮਵਾਤ ਵਿੱਚ ਜਾਂ ਨੂਹ ਵਿੱਚ ਜਾਂ ਦੱਖਣੀ ਹਰਿਆਣਾ ਵਿੱਚ, ਇਹਦੇ 'ਚ ਗੁਰੂਗ੍ਰਾਮ ਜਿਹਨੂੰ ਕਹਿੰਦੇ ਨੇ, ਪੁਰਾਣਾ ਨਾਂ ਤਾਂ ਗੁੜਗਾਵਾਂ ਲੈਂਦੇ ਸਾਂ ਜੀ। ਇਹ ਸਾਰੇ 4 ਜ਼ਿਲ੍ਹੇ, 4 ਤੋਂ ਵੀ ਅੱਗੇ ਕੋਈ 6 ਜ਼ਿਲ੍ਹੇ ਇਹਦੀ ਲਪੇਟ ਵਿੱਚ ਆਏ, ਜਿਹੜੀ ਇਹ ਮੰਦਭਾਗੀ ਹਿੰਸਾ ਉੱਥੇ ਵਾਪਰੀ ਜੀ। ਇੱਕੋ ਇੱਕ ਮਾਪਿਆਂ ਦਾ ਪੁੱਤਰ ਟੋਹਾਣਾ ਜ਼ਿਲ੍ਹੇ ਦੇ ਵਿੱਚ ਇੱਕ ਹੋਮਗਾਰਡ ਦਾ ਨੌਜਵਾਨ, ਉਹ ਇਹਦੀ ਭੇਟ ਚੜਿਆ। ਕੁਝ ਹੋਰ ਪੁਲਿਸ ਅਧਿਕਾਰੀ ਵੀ ਮਾਰੇ ਗਏ, ਕੁਝ ਬਾਕੀ ਲੋਕ ਵੀ। ਜਾਨੀ ਮਾਲੀ ਨੁਕਸਾਨ ਚੋਖਾ ਸੀ ਜੀ। ਜਿੱਥੋਂ ਤੱਕ ਮਵਾਤ ਦਾ ਪਿਛੋਕੜ, ਮੈਂ ਤੁਹਾਨੂੰ ਆਪਣੇ ਇਤਿਹਾਸ ਦੀ ਨਾ ਇੱਕ ਘਟਨਾ ਨਾਲ ਆਪਣੀ ਗੱਲ ਅੱਗੇ ਤੋਰਾਂਗਾ ਵੀ ਮਵਾਤੀ ਕਿਹੋ ਜਿਹੇ ਲੋਕ ਸਨ ਜੀ। ਪਹਿਲੀ ਤੇ ਗੱਲ ਕਿ 1947 'ਚ ਇਹ ਉਹ ਮਵਾਤੀ ਨੇ ਜਿਨ੍ਹਾਂ ਭਾਰਤ ਦੀ ਧਰਮ ਨਿਰਪੱਖਤਾ 'ਚ ਭਰੋਸਾ ਕਰਕੇ ਪਾਕਿਸਤਾਨ ਨਹੀਂ ਚੁਣਿਆ, ਭਾਰਤ ਚੁਣਿਆ ਜੀ। ਅਸੀਂ ਇੱਥੇ ਹੀ ਰਵਾਂਗੇ, ਜਾਵਾਂਗੇ ਨਹੀਂ, ਕਿਉਂਕਿ ਸਾਡੇ ਕੌਮੀ ਆਗੂਆਂ ਵੱਲੋਂ ਉਦੋਂ ਇਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਭਾਰਤ ਕਿਸੇ ਇੱਕ ਵਿਸ਼ੇਸ਼ ਜਾਤੀ, ਸਮੁਦਾਇ, ਫਿਰਕੇ, ਧਰਮ, ਮਜ਼ਹਬ ਦਾ ਦੇਸ਼ ਨਹੀਂ, ਸਾਰੇ ਭਾਰਤੀਆਂ ਦਾ ਦੇਸ਼ ਹੈ। ਪਰ ਉਹ ਭਰੋਸਾ ਹੁਣ ਆਏ ਦਿਨ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆਉਂਦਾ ਹੈ, ਵੇਖੀਦਾ। ਤਾਂ ਇਹ ਹਸਨ ਖਾਂ ਮਵਾਤੀ ਇੱਕ ਹੋਇਆ ਹੈ। ਮਵਾਤ ਦਾ ਪੁਰਾਣਾ ਸੂਰਮਾ ਜਰਨੈਲ ਸੀ। ਜਿਨ੍ਹਾਂ ਦਿਨਾਂ 'ਚ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਤਾਂ ਰਾਣਾ ਸਾਂਗਾ ਸੀ ਇੱਕ, ਜਿਹੜਾ ਰਾਣਾ ਪ੍ਰਤਾਪ ਦਾ ਪਿਤਾ ਸੀ। ਰਾਣਾ ਪ੍ਰਤਾਪ ਜਿਹੜਾ ਚਿਤੌੜਗੜ੍ਹ ਦਾ ਸੂਰਮਾ ਸੀ, ਰਾਜਪੂਤਾਨੇ ਦਾ,
ਇੱਥੇ ਹਸਨ ਖਾਂ ਮਵਾਤੀ ਤੇ ਰਾਣਾ ਸਾਂਗਾ ਜਦੋਂ ਬਾਬਰ ਦਾ ਮੁਕਾਬਲਾ ਕਰ ਰਹੇ ਸੀ ਤਾਂ ਬਾਬਰ ਦਾ ਮੁਕਾਬਲਾ ਨਾ ਕਰ ਪਾਉਂਦਿਆਂ ਜਾਂ ਕਿਸੇ ਹੋਰ ਕੰਸੀਡਰੇਸ਼ਨ ਤਹਿਤ ਰਾਣਾ ਸਾਂਗਾ ਉੱਥੋਂ ਰਿਟਰੀਟ ਕਰ ਗਿਆ, ਭੱਜ ਗਿਆ। ਕਿਸੇ ਨੇ ਹਸਨ ਖਾਂ ਮਵਾਤੀ ਨੂੰ ਕਿਹਾ ਕਿ आओ हम भी भागे। क्यों भाई? कि सांगा तो भाग गए, कि सांगा भज गया, ਆਪਾਂ ਵੀ नसीए। तो ਉਹਦਾ जवाब सी हम सांगा के लिए नहीं वतन के लिए लड़ रहे हैं। इस देश ਨੂੰ ਮਵਾਤੀਆਂ ਨੇ ਅੱਜ ਤੋਂ 550 ਸਾਲ ਪਹਿਲਾਂ ਵੀ 500 ਸਾਲ ਪਹਿਲਾਂ ਵੀ ਆਪਣਾ ਦੇਸ਼ ਸਮਝਿਆ ਔਰ ਅੱਜ ਵੀ ਆਪਣਾ ਦੇਸ਼ ਸਮਝਦੇ ਨੇ। ਇੱਥੇ ਇਸ ਤਰ੍ਹਾਂ ਦੀ ਕਦੇ ਵੀ ਕੋਈ ਉਹ ਘਟਨਾ ਨਹੀਂ ਸੀ। ਪਰ 2014 ਤੋਂ ਬਾਅਦ ਇਤਿਹਾਸ ਦਾ ਪਹੀਆ ਜਿਹੜਾ ਜਦੋਂ ਤੋਂ ਪੁੱਠਾ ਗਿਰਨਾ ਸ਼ੁਰੂ ਹੋਇਆ ਉਦੋਂ ਤੋਂ ਇੱਥੇ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਦੱਖਣੀ ਹਰਿਆਣੇ 'ਚ ਵਾਪਰੀਆਂ ਕਿ ਕੋਈ ਗਰੀਬ ਮੁਸਲਮਾਨ ਦੁੱਧ ਵੇਚਣ ਵਾਸਤੇ ਕਿਸੇ ਡੇਅਰੀ ਵਾਸਤੇ ਗਾਈਆਂ ਲੈ ਕੇ ਜਾ ਰਿਹਾ ਹੈ, ਉਹਨੂੰ ਕੁੱਟ ਕੇ ਮਾਰ ਦਿਓ ਕਿ ਇਹ ਤਾਂ ਗਊ ਹਤਿਆਰਾ ਹੈ, ਇਹ ਤਾਂ ਗਾਂ ਕਤਲ ਕਰਨ ਵਾਸਤੇ ਜਾ ਰਿਹਾ ਸੀ। ਕਿਸੇ ਦੇ ਘਰ ਫਰਿੱਜ ਵਿੱਚ ਤਾਂ ਮੋਟਾ ਮਾਸ ਪਿਆ ਹੈ, ਉਹਦਾ ਇਹ ਪ੍ਰਚਾਰ ਕਰ ਦਿਓ ਕਿ ਇਹ ਗਊ ਮਾਸ ਇਹਦੀ ਫਰਿੱਜ ਚੋਂ ਨਿਕਲਿਆ ਹੈ, ਉਹਨੂੰ ਕੁੱਟ ਕੇ ਮਾਰ ਦਿਓ। ਇਹ ਜੁਨੈਦ ਤੇ ਨਾਸਰ ਨਾਂ ਦੇ 2 ਮੁਸਲਮਾਨ ਨੌਜਵਾਨ ਜਿਹੜੇ ਪਿਛਲੇ ਸਮੇਂ ਦੇ ਵਿੱਚ ਮਾਰੇ ਗਏ ਤੇ ਜਿਨ੍ਹਾਂ ਦੇ ਕਤਲ ਦਾ ਮੁਕੱਦਮਾ ਉਹ ਜਿਹੜੇ ਸਰਗਨੇ ਦੇ ਜੁੰਮੇ ਲੱਗਦਾ ਸੀ ਉਹ ਜ਼ਮਾਨਤ ਤੇ ਬਾਹਰ ਹੈ। ਇੱਥੇ ਕੋਈ ਇਹ ਅਗਲੇ ਬੰਨੇ ਪਲਵਲ ਤੋਂ ਅਗਲੇ ਪਾਸੇ ਬ੍ਰਿਜ ਭੂਮੀ ਲੱਗ ਜਾਂਦੀ ਹੈ ਜਿਹੜੀ ਯੂਪੀ ਦਾ ਜਮਨਾ ਦੇ ਦੂਜੇ ਬੰਨੇ, ਜਿਹੜੀ ਭਗਵਾਨ ਕ੍ਰਿਸ਼ਨ ਦੀ ਕਿਸੇ ਸਮੇਂ ਉਹਦੀ ਲੀਲਾ ਸਥਲੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜਿੱਥੇ ਕ੍ਰਿਸ਼ਨ ਜੀ ਆਪਣੀਆਂ ਲੀਲਾ ਕਰਦੇ ਸਨ, ਰਾਸ ਰਚਾਉਂਦੇ ਸਨ, ਤਾਂ ਉਹ ਹਿੰਦੂਆਂ ਦਾ ਆਸਥਾ ਦਾ ਕੇਂਦਰ ਹੈ। ਲੋਕ ਉੱਧਰ ਜਾਂਦੇ ਨੇ। ਉਹ ਉਸੇ ਹੀ ਬ੍ਰਿਜ ਯਾਤਰਾ ਦੇ ਨਾਂ ਤੇ ਨਾ ਇੱਕ ਯਾਤਰਾ ਕੱਢੀ ਗਈ ਇੱਥੇ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਤੇ ਉਕਸਾਵੇ ਪੂਰਨ ਭਾਸ਼ਣਬਾਜ਼ੀ ਕੀਤੀ ਗਈ। ਉਸ ਤੋਂ ਪਹਿਲਾਂ ਮਤਲਬ ਇਹ ਪ੍ਰਾਪੇਗੰਡਾ ਕੀਤਾ ਗਿਆ। ਹੁਣ ਤਾਂ ਇਹ ਵੀ ਅੱਜ ਮੈਂ ਕੋਈ ਵੀਡੀਓ ਵੇਖ ਰਿਹਾ ਸਾਂ, ਉਹਦੇ ਵਿੱਚ ਇੱਕ ਬੀਬੀ ਜ਼ਿਕਰ ਕਰ ਰਹੀ ਸੀ ਕਿ ਜਿਹੜੇ ਬਜਰੰਗ ਦਲ ਨਾਲ ਸੰਬੰਧਿਤ ਸੱਜਣ ਨੇ ਉਹਨਾਂ ਦੀ ਗੱਲਬਾਤ ਜਿਹੜੀ ਵਟਸਐਪ ਦੇ ਵਿੱਚ ਉਹ ਚੈਟ ਉਹਨਾਂ ਦੀ ਲੀਕ ਹੋਈ, ਉਹਦੇ 'ਚ ਉਹ ਇਹ ਗਿਣੀ ਮਿਥੀ ਯੋਜਨਾ ਸੀ ਕਿ ਕਿੱਥੇ ਕਿੱਥੇ ਹਮਲਾ ਕਰਾਂਗੇ, ਕਿਹੜੀ ਮਸੀਤ ਜਿਹੜੀ ਹੈ ਇਸ ਦੌਰਾਨ ਉਹਨੂੰ ਅੱਗ ਲਾਈ ਜਾਵੇ ਜਾਂ ਕਿੱਥੇ ਕਿੱਥੇ ਹੋਰ ਹਿੰਸਾ ਦੀਆਂ ਵਾਰਦਾਤਾਂ ਕੀਤੀਆਂ ਜਾਣ। ਤਾਂ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ, ਉਕਸਾਵਾ ਪੂਰਨ ਕਾਰਵਾਈਆਂ ਚੱਲ ਰਹੀਆਂ ਸਨ ਔਰ ਇਹ ਵੀ ਪਤਾ ਵੀ ਇਹ ਵਿਵਾਦ ਸਾਰਾ ਮੁਸਲਿਮ ਜਨਸੰਖਿਆ ਦਾ ਔਰ ਇੱਥੇ ਉਹਨਾਂ ਨੂੰ ਇਸ ਤਰ੍ਹਾਂ ਦੀ ਯਾਤਰਾ ਦੀ ਇਜਾਜ਼ਤ ਦੇਣੀ ਹੀ ਗਲਤ ਸੀ ਮੈਂ ਸਮਝਦਾ। ਉਹ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਉਹ ਆਪਣਾ ਬ੍ਰਿਜ ਭੂਮੀ ਦੀ ਪਰਿਕਰਮਾ ਯਾਤਰਾ, ਬ੍ਰਿਜ ਪਰਿਕਰਮਾ ਯਾਤਰਾ ਇਹੋ ਜਿਹਾ ਕੋਈ ਨਾਂ ਰੱਖ ਕੇ ਉਹਦਾ ਤੇ ਫਿਰ ਉਹਦੇ ਤਹਿਤ ਜੋ ਕੁਛ ਵਾਪਰਿਆ ਉਹ ਸਾਰਾ ਬਹੁਤ ਨਿੰਦਨੀय ਹੈ। ਉਹਦੀ ਅਸੀਂ ਜਿੰਨੀ ਵੀ ਨਿਖੇਧੀ ਕਰੀਏ ਉਹ ਥੋੜ੍ਹੀ ਹੈ। ਬਹੁਤ ਮਤਲਬ ਖੂਨ ਖਰਾਬਾ, ਅੱਗਜਨੀ, ਲੁੱਟ ਔਰ ਦੁਕਾਨਾਂ ਸਾੜਨੀਆਂ ਤੇ ਇਸ ਤਰ੍ਹਾਂ ਦਾ ਖੁੱਲ੍ਹ ਕੇ ਫਿਰ ਨੰਗਾ ਨਾਚ ਹੋਇਆ ਔਰ ਪੁਲਿਸ ਪ੍ਰਸ਼ਾਸਨ ਦੀ ਅਸੀਂ ਕਹਿ ਸਕਦੇ ਹਾਂ ਕਿ ਇਹ ਮੁਕੰਮਲ ਅਸਫਲਤਾ ਹੈ ਕਿਉਂਕਿ ਕੇਂਦਰ ਦੇ ਇਲੈਕਸ਼ਨ ਵੀ ਅਗਲੇ ਸਾਲ ਆਉਣੇ ਨੇ ਔਰ ਰਾਜਸਥਾਨ ਦਾ ਇਲੈਕਸ਼ਨ ਨੇੜੇ ਵੇ, ਸਟੇਟ ਅਸੈਂਬਲੀ ਦਾ ਅਗਲੇ ਸਾਲ ਹੀ, ਹਰਿਆਣਾ ਅਸੈਂਬਲੀ ਦਾ ਵੀ। ਸੰਪਰਦਾਇਕ ਜਿਹਨੂੰ ਹਿੰਦੀ ਵਾਲੇ ਉਹਨੂੰ ਸੰਪਰਦਾਇਕ ਵਿਭਾਜਨ ਕਹਿੰਦੇ ਨੇ, ਜਿਹਨੂੰ ਪੰਜਾਬੀ ਆਪਾਂ ਆਖ ਸਕਦੇ ਹਾਂ ਕਿ ਫਿਰਕਿਆਂ ਦੇ ਵਿਚਾਲੇ ਤਫਰਕਾ ਵਧਾਉਣ ਵਾਸਤੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਹਰਿਆਣਾ ਸਰਕਾਰ ਇਹਨਾਂ ਤੋਂ ਬਰੀ ਨਹੀਂ ਹੋ ਸਕਦੀ
ਉਹਦੀ ਵੀ ਹਿੱਸੇਦਾਰੀ ਬਣਦੀ ਹੈ ਕਿ ਉਹ ਹਰ ਵਕਤ ਹਿੰਸਾ ਤੇ ਕਾਬੂ ਪਾਉਣ ਵਿੱਚ ਔਰ ਹਰ ਵਕਤ ਇਸ ਗੱਲ ਦਾ ਅਹਿਸਾਸ ਕਰਨ ਵਿੱਚ ਕਿ ਜੇ ਇਹ ਯਾਤਰਾ ਨਾ ਰੋਕੀ ਗਈ ਤਾਂ ਇਹਦੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਹੋਣਗੇ, ਇਹਦਾ ਉਹਨਾਂ ਨੇ ਕੋਈ ਸੰਗਿਆਨ ਨਹੀਂ ਲਿਆ। ਜੀ ਵਿਰਕ ਸਾਹਿਬ, ਮੈਂ ਇਸ ਕੇਸ ਦੀ FIR ਪੜ੍ਹ ਰਿਹਾ ਸੀਗਾ। FIR 'ਚ ਜ਼ਿਕਰ ਕੀਤਾ ਗਿਆ ਕਿ ਤਕਰੀਬਨ 800-900 ਬੰਦੇ ਜਿਹੜੇ ਇੱਕ ਵਿਸ਼ੇਸ਼ ਧਰਮ ਦੇ ਸੀਗੇ, ਉਹ ਆਪਣੇ ਹਥਿਆਰ ਲੈ ਕੇ ਜਾਂ ਕਿਸੇ ਵੀ ਢੰਗ ਦੇ ਨਾਲ ਉਹਨਾਂ ਨੇ ਜਿਵੇਂ ਹੱਲਾ ਬੋਲਿਆ, ਲਾਠੀ ਡੰਡੇ ਪੱਥਰ ਵਗੈਰਾ, ਇਹਦਾ ਜ਼ਿਕਰ ਕੀਤਾ ਗਿਆ, ਨਜਾਇਜ਼ ਅਸਲੇ ਦਾ ਜ਼ਿਕਰ ਕੀਤਾ ਗਿਆ। ਉਹ ਕਹਿੰਦੇ ਕਿ ਅੱਲਾਹੂ ਅਕਬਰ ਦੇ ਨਾਅਰੇ ਲਾਏ ਸੀ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ ਸੀ। ਇਹ FIR ਦੇ ਵਿੱਚ ਜ਼ਿਕਰ ਹੈ ਕਿ ਉਹ ਮੰਦਿਰ ਦੇ ਵੱਲ ਵਧੇ ਤੇ ਉਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਜੋ ਕੁਝ ਹੋਇਆ ਇਹ ਵਾਪਰਿਆ। ਜਦੋਂ ਇਹ FIR ਬਾਹਰ ਆਉਂਦੀ ਹੈ ਤੇ ਅਸੀਂ ਜਦੋਂ ਹਰਿਆਣੇ ਦੀ ਸਿਆਸਤ ਦਾ ਵੀ ਜ਼ਿਕਰ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਅਗਲੇ ਸਾਲ ਦੇਖੋ ਲੋਕ ਸਭਾ ਦੀਆਂ ਜਿਹੜੀਆਂ ਕੇਂਦਰੀ ਇਲੈਕਸ਼ਨਸ ਨੇ ਪਾਰਲੀਮੈਂਟ ਦੀਆਂ ਉਹ ਵੀ ਹੋਣੀਆਂ ਨੇ ਤੇ ਦੂਜੇ ਬੰਨੇ ਹਰਿਆਣੇ ਦੀਆਂ ਇਲੈਕਸ਼ਨਸ ਵੀ ਹੋਣੀਆਂ। ਹਰਿਆਣਾ ਸਰਕਾਰ ਦੀ ਪੋਜੀਸ਼ਨ ਨੂੰ ਇਸ ਸਭ ਦੇ ਵਿੱਚ ਕਿੱਦਾਂ ਦੇਖਦੇ ਹੋ? ਗ੍ਰਹਿ ਮੰਤਰੀ ਅਨਿਲ ਵਿਜ ਵੀ ਬਿਆਨ ਦੇ ਰਹੇ ਨੇ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ, ਉਪ ਮੁੱਖ ਮੰਤਰੀ ਜਿਹੜੇ ਦੁਸ਼ਯੰਤ ਚੌਟਾਲਾ ਨੇ ਉਹਨਾਂ ਦਾ ਵੀ ਬਿਆਨ ਹੈ ਕਿ ਪ੍ਰਬੰਧਕਾਂ ਨੇ ਸਮੇਂ ਸਿਰ ਜਾਣਕਾਰੀ ਨਹੀਂ ਦਿੱਤੀ। ਜਾਣਕਾਰੀ ਨਾ ਦੇਣਾ ਜਾਂ ਫਿਰ ਉੱਥੋਂ ਦੇ ਹਾਲਾਤਾਂ ਬਾਰੇ ਬੇਪਰਵਾਹ ਰਹਿਣਾ, ਕਿਉਂਕਿ ਸੋਸ਼ਲ ਮੀਡੀਆ ਤੇ ਕਹਿੰਦੇ ਕਈ ਦਿਨਾਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ। ਉਹ ਸਰਸੇ ਤੱਕ ਦੇ ਲੋਕ ਉੱਥੇ ਅਪੜੇ ਨੇ ਜੀ। ਅਸੀਂ ਸਰਸੇ ਵਾਲੇ ਮਤਲਬ ਇੱਕ ਕਿਸਮ ਦੇ ਉੱਤਰ ਪੱਛਮੀ ਹਿੱਸਾ ਹਰਿਆਣੇ ਦਾ, ਔਰ ਉਹ ਇੱਥੋਂ ਕੋਈ 300 ਕਿਲੋਮੀਟਰ ਦੂਰ ਹੋਏਗਾ ਜਿੱਥੇ ਇਹ ਸਾਰੀ ਵਾਰਦਾਤ ਹੋਈ। ਉੱਥੇ ਲੋਕ ਜਾ ਰਹੇ ਨੇ, ਉਹ ਪਹਿਲਾਂ WhatsApp ਮੈਸੇਜ ਕਰ ਰਹੇ ਨੇ, ਔਰ ਜਦੋਂ ਤੁਸੀਂ ਕਿਸੇ ਨੂੰ ਜਿਹੜਾ ਉਹਨਾਂ ਲੋਕਾਂ ਦਾ ਕਾਤਲ ਹੈ ਉਹਨੂੰ ਸ਼ਿੰਗਾਰ ਕੇ ਅੱਗੇ ਲਾ ਕੇ ਉੱਥੇ ਫਿਰ ਉਹਨਾਂ ਦੀ ਹਿੱਕ ਤੇ ਇੱਕ ਕਿਸਮ ਦਾ ਮੂੰਗ ਦਲਣ ਵਾਸਤੇ ਜਾ ਰਹੇ ਹੋ ਤਾਂ ਲੋਕ ਉਹਦੀ ਹਿੰਸਾ ਪ੍ਰਤੀ ਹਿੰਸਾ ਕਈ ਵਾਰ ਉਹਦਾ ਪ੍ਰਤੀਕਰਮ ਹੁੰਦਾ ਹੈ। ਉਹ ਆਪਣੇ ਬਚਾਅ 'ਚ ਵੀ ਘੱਟ ਗਿਣਤੀਆਂ ਨੂੰ ਸੰਗਠਿਤ ਹੋਣਾ ਪੈਂਦਾ ਹੈ। ਇਸ ਲਈ ਮੁੱਖ ਦੋਸ਼ ਅਸੀਂ ਪ੍ਰਸ਼ਾਸਨ ਦਾ ਸਮਝਦੇ ਹਾਂ ਕਿ ਜਿਨ੍ਹਾਂ ਨੇ ਅਜੇ ਵੀ ਇਸ ਤਰ੍ਹਾਂ ਦੇ ਸੁਨੇਹੇ, ਇਸ ਤਰ੍ਹਾਂ ਦੇ ਸੰਦੇਸ਼ੇ ਪ੍ਰਚਾਰਿਤ ਕੀਤੇ ਜਾ ਰਹੇ ਨੇ ਕਿ ਹਰਿਆਣੇ ਦੇ ਵਿੱਚ ਵੀ ਮੋਦੀ ਬਾਬੇ ਨੂੰ ਲਿਆਂਦਾ ਜਾਵੇ, ਬੁਲਡੋਜ਼ਰ ਬਾਬੇ ਨੂੰ ਲਿਆਂਦਾ ਜਾਵੇ ਕਿ ਬੁਲਡੋਜ਼ਰ ਲਿਆਓ ਔਰ ਇੱਕ ਵਿਸ਼ੇਸ਼ ਫਿਰਕੇ ਦੇ ਘਰ-ਬਾਰ ਜਿਹੜੇ ਨੇ ਤਹਿਸ ਨਹਿਸ ਕਰ ਦਿਓ। ਜੀ ਬਿਲਕੁਲ ਬਿਲਕੁਲ, ਇਹ ਵੀ ਚਰਚਾ ਨਾਲੋਂ ਨਾਲ ਚੱਲ ਰਹੀ ਹੈ, ਮੈਂ ਦੇਖ ਰਿਹਾ ਕਿ ਇਹ ਵੀ ਚਰਚਾ ਇਹਦਾ ਭਾਵ ਇਹ ਵੇ ਕਿ ਭਾਵਨਾਵਾਂ ਚੋਖੀਆਂ ਉਤੇਜਿਤ ਕਰ ਦਿੱਤੀਆਂ ਗਈਆਂ ਨੇ ਤੇ ਫਿਰ ਤੁਸੀਂ ਇਹਦੇ 'ਚ ਜਦੋਂ ਤੀਰ ਛੁੱਟ ਜਾਂਦਾ ਹੈ ਹੱਥੋਂ, ਮੌਕਾ ਨਿਕਲ ਜਾਂਦਾ ਹੈ ਤਾਂ ਫਿਰ ਕੀ ਵਾਪਰਦਾ ਹੈ ਉਹਦਾ ਕਿਆਸ ਕਰਨਾ ਜਿਹੜਾ ਨਾ ਜੀ ਉਹ ਇੰਨਾ ਸੌਖਾ ਨਹੀਂ ਹੁੰਦਾ। ਜੀ ਜੀ, ਇਸ ਲਈ ਸਰਕਾਰ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਹਿਲਾਂ ਧਿਆਨ ਰੱਖ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਭਾਈ ਇਸ ਤਰ੍ਹਾਂ ਦੀ ਤੁਹਾਡੀ ਯਾਤਰਾ ਮਾਹੌਲ ਖਰਾਬ ਕਰੇਗੀ ਜਿਹਦੀ ਤੁਹਾਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ। ਅੱਜ ਉਹ ਕਹਿੰਦੇ ਕਿ ਪ੍ਰਬੰਧਕਾਂ ਨੇ ਸਾਨੂੰ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਤੇ ਤੁਸੀਂ ਬਿਨਾਂ ਜਾਣਕਾਰੀ ਤੋਂ ਮਨਜ਼ੂਰੀ ਕਿਉਂ ਦਿੱਤੀ? ਤੁਹਾਡਾ ਵੀ ਤਾਂ ਦੋਸ਼ ਹੈ ਨਾ ਜੀ। ਜੀ ਜੀ ਜੀ, ਤੁਸੀਂ ਬਿਨਾਂ ਜਾਣਕਾਰੀ ਤੋਂ ਇਹ ਬਿਨਾਂ ਉਹਨਾਂ ਦੇ ਨਤੀਜਿਆਂ ਨੂੰ ਵਿਚਾਰਿਆਂ ਇਹ ਸਾਰਾ ਕੁਝ ਵਾਪਰਨ ਦਿੰਦੇ ਹੋ। ਜੀ, ਮੈਂ ਵਿਰਕ ਸਾਹਿਬ ਇਹ ਜਾਣਨਾ ਚਾਹੁੰਦਾ ਸੀਗਾ ਕਿ ਹਰਿਆਣੇ ਦੀ ਸਿਆਸਤ ਦੀ ਇਸ ਵੇਲੇ ਪੋਜੀਸ਼ਨ ਕੀ ਹੈ? ਮਨੋਹਰ ਲਾਲ ਖੱਟਰ ਉਹਨਾਂ ਦੀ ਸਰਕਾਰ ਦਾ ਕਾਰਜਕਾਲ ਜਾਂ ਮੁੱਦਿਆਂ ਦੀ ਗੱਲ ਜਦੋਂ ਆਉਂਦੀ ਹੈ ਕਿ ਕਿਹੜੇ ਉਹ ਮੁੱਦੇ ਨੇ ਜਿਹੜੇ ਹੱਲ ਨਹੀਂ ਕੀਤੇ ਗਏ ਤੇ ਹੁਣ ਜਦੋਂ ਇਹੋ ਜਿਹੇ ਮਸਲੇ ਸਾਹਮਣੇ ਆਉਂਦੇ ਨੇ ਕਿ ਧਰਮ ਤੇ ਆਧਾਰਿਤ ਸਿਆਸਤ ਸ਼ੁਰੂ ਹੋ ਜਾਂਦੀ ਹੈ ਤਾਂ ਸੁਭਾਵਿਕ ਹੈ ਕਿ ਮੁੱਦੇ ਅਣਗੌਲਿਆ ਕੀਤੇ ਜਾਂਦੇ ਨੇ, ਉਹਨਾਂ ਮੁੱਦਿਆਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਤੇ ਫੋਕਸ ਜਿਹੜਾ ਆ ਉਹ ਇਲੈਕਸ਼ਨਸ ਨੂੰ ਲੈ ਕੇ ਫਿਰ ਇਹਨਾਂ ਮੁੱਦਿਆਂ ਦੇ ਆਲੇ ਦੁਆਲੇ ਹੋ ਜਾਂਦਾ ਆ ਕਿ ਕਿੱਦਾਂ ਘੱਟ ਗਿਣਤੀ ਬਨਾਮ ਬਹੁ ਗਿਣਤੀ ਬਣਾ ਕੇ ਵੋਟਾਂ ਬਟੋਰੀਆਂ ਜਾਣ। ਪਿਛਲੇ ਕਣਕ ਦੇ ਮੌਸਮ 'ਚ ਗੜੇਬਾਰੀ ਹੋਈ ਸਾਡੇ ਨੇੜੇ ਤੇੜੇ ਕੁਝ ਪਿੰਡਾਂ ਵਿੱਚ। ਅਜੇ ਤੱਕ ਉਹਨਾਂ ਕਿਸਾਨਾਂ ਨੂੰ ਗੜਿਆਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਜੀ,
ਕੁਝ ਸਾਲ ਪਹਿਲਾਂ ਨਰਮੇ ਕਪਾਹ ਦੀਆਂ ਫਸਲਾਂ ਖਰਾਬ ਹੋ ਗਈਆਂ, ਕੁਝ ਸੁੰਡੀ ਦੀ ਵਜ੍ਹਾ ਕਰਕੇ, ਕੀੜਿਆਂ ਕਰਕੇ, ਔਰ ਕੁਝ ਕਈ ਵਾਰ ਬੇਮੌਸਮੀ ਵਰਖਾ, ਲੋੜ ਤੋਂ ਜ਼ਿਆਦਾ ਵਰਖਾ ਕਰਕੇ ਵੀ ਇਹ ਫਸਲਾਂ ਤਬਾਹ ਹੋਈਆਂ, ਜਿਨ੍ਹਾਂ ਦੇ ਬੀਮੇ ਵੀ ਹੋਏ ਸੀ। ਔਰ ਉਹਨਾਂ ਕਿਸਾਨਾਂ ਨੂੰ 2020 ਦਾ 2022 ਦਾ ਉਹ ਮੁਆਵਜ਼ਾ ਅਜੇ ਤੱਕ ਬਕਾਇਆ ਹੈ, ਜਿਹੜਾ ਹਰਿਆਣਾ ਸਰਕਾਰ ਦੇ ਨਹੀਂ ਪਾਈ। ਔਰ ਐਤਕੀ ਹੜ੍ਹਾਂ ਦੇ ਨਾਲ ਸਮੁੱਚੇ ਹਰਿਆਣੇ 'ਚ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਜਲਮਗਨ ਹੋ ਗਈ। ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੇ ਮਕਾਨ, ਘਰ-ਬਾਰ ਢਹਿ ਗਏ, ਮਾਲ ਪਸ਼ੂ ਮਾਰੇ ਗਏ, ਕੁਝ ਮਾਲੀ ਜਾਨੀ ਨੁਕਸਾਨ ਵੀ ਹੋਇਆ, ਜੀਆਂ ਦਾ ਨੁਕਸਾਨ ਵੀ ਹੋਇਆ। ਮੇਰੇ ਜ਼ਿਲ੍ਹੇ 'ਚ ਹੀ ਇੱਕ ਕਿਸਾਨ ਕੱਲ੍ਹ ਪਰਸੋਂ ਆਪਣੇ ਟਿਊਬਵੈੱਲ ਦੀ ਦੁਬਾਰਾ ਵੇਖਭਾਲ ਕਰਨ ਵਾਸਤੇ ਨਾਲੀ ਘੱਗਰ ਦੇ ਏਰੀਏ ਵਿੱਚ ਗਿਆ ਔਰ ਉਹਦਾ ਪੈਰ ਫਿਸਲਿਆ, ਹੜ੍ਹ ਦੇ ਪਾਣੀ 'ਚ ਭੇਟਾ ਚੜ੍ਹ ਗਿਆ। ਇਹਨਾਂ ਸਾਰਿਆਂ ਨੂੰ ਮੁਆਵਜ਼ਿਆਂ ਦੀ ਜ਼ਰੂਰਤ ਹੈ। ਫਸਲਾਂ ਵਾਲਿਆਂ ਨੂੰ ਜਿੱਥੇ ਜਿੱਥੇ ਵੀ ਕੁਝ ਥਾਵਾਂ ਤੇ ਕਿਸਾਨਾਂ ਨੇ ਮਿਹਨਤ ਕਰਕੇ ਪਹਿਲੀਆਂ ਫਸਲਾਂ 2-2 ਮਹੀਨੇ ਹੋਏ ਸੀ, ਅੱਜ ਕੱਲ੍ਹ ਡਾਇਰੈਕਟ ਸੋਇੰਗ ਚੱਲਦੀ ਹੈ। ਉਹ ਫਸਲ ਪਹਿਲਾਂ ਬੀਜ ਦਿੱਤੀ ਜਾਂਦੀ ਮਈ ਦੇ ਮਹੀਨੇ 'ਚ, ਔਰ ਉਹ ਫਸਲਾਂ ਜਦੋਂ ਇਸ ਤਰ੍ਹਾਂ ਦੀਆਂ ਡੁੱਬਦੀਆਂ ਨੇ ਕਿਸਾਨਾਂ ਦੀਆਂ, ਉਹਨਾਂ ਦਾ ਲੱਕ ਟੁੱਟ ਜਾਂਦਾ ਹੈ। ਨਾ ਤਾਂ ਕਿਸਾਨਾਂ ਦੇ ਮੁਆਵਜ਼ੇ ਦਿੱਤੇ ਗਏ। ਮਜ਼ਦੂਰਾਂ ਵਾਸਤੇ ਨਰੇਗਾ ਸਕੀਮ ਸੀ ਕਿ ਉਹ ਅੱਜ ਕੱਲ੍ਹ ਖੇਤੀਬਾੜੀ 'ਚ ਮਸ਼ੀਨੀਕਰਨ ਹੋ ਗਿਆ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਇਸ ਲਈ ਉਹ ਕੁਝ ਸਮਾਂ ਇਸ ਤਰ੍ਹਾਂ ਨਰੇਗਾ ਦਾ ਕੰਮ ਕਰਕੇ ਆਪਣਾ ਪੇਟ ਪਾਲ ਸਕਣ। ਨਰੇਗਾ ਦਾ ਬਜਟ ਵੀ ਹਰਿਆਣਾ ਸਰਕਾਰ ਨੇ ਘਟਾ ਦਿੱਤਾ। ਔਰ ਇੱਕ ਹੋਰ ਵੱਡਾ ਹੱਲਾ ਹਰਿਆਣੇ ਦੀ ਗਰੀਬ ਵਸੋਂ ਤੇ ਬੋਲਿਆ ਕਿ ਉਹ ਇਸ ਤਰ੍ਹਾਂ ਦੀਆਂ ਏਜੰਸੀਆਂ ਤੋਂ ਸਰਵੇ ਕਰਾ ਕੇ ਬਹੁਤ ਗਰੀਬ ਲੋਕ ਜਿਹੜੇ ਜਿਨ੍ਹਾਂ ਦੇ ਘਰ ਮੁਸ਼ਕਲ ਨਾਲ 2 ਡੰਗ ਦਾ ਚੁੱਲ੍ਹਾ ਬਲਦਾ ਹੈ, ਉਹਨਾਂ ਦੀ ਆਮਦਨੀ ਲੱਖਾਂ ਦੇ ਹਿਸਾਬ ਨਾਲ ਲਿਖ ਕੇ ਚਲੇ ਗਏ ਤਾਂ ਕਿ ਉਹਨਾਂ ਦਾ ਰਾਸ਼ਨ ਕੱਟਿਆ ਜਾਵੇ, ਉਹਨਾਂ ਦੀ ਬੁਢਾਪਾ, ਵਿਧਵਾ ਜਾਂ ਹੋਰ ਬੇਸਹਾਰਾ ਪੈਨਸ਼ਨ ਜਿਹੜੀ ਉਹਨਾਂ ਨੂੰ ਮਿਲਦੀ ਹੈ, ਇਹਦੇ ਤੋਂ ਵੰਚਿਤ ਕਰ ਦਿੱਤੇ ਜਾਣ। ਹਜ਼ਾਰਾਂ ਦੀ ਗਿਣਤੀ ਵਿੱਚ ਉਹ ਲੋਕ ਜਿਹੜੇ ਪਾਤਰ ਨੇ ਇਹਨਾਂ ਸਹੂਲਤਾਂ ਲੈਣ ਤੋਂ ਤਰਸ ਰਹੇ ਨੇ। ਔਰ ਸਰਕਾਰ ਦੇ ਖਿਲਾਫ ਇੱਕ ਹੇਠਲੇ ਪੱਧਰ ਤੇ ਬਹੁਤ ਵਿਆਪਕ ਗੁੱਸਾ ਪ੍ਰਗਟ ਹੋ ਰਿਹਾ। ਕਿਸਾਨ ਅੰਦੋਲਨ ਚੱਲਿਆ। ਹਿੰਦੁਸਤਾਨ ਦੇ ਉੱਤਰੀ ਭਾਰਤ ਚੋਂ, ਦੱਖਣੀ ਭਾਰਤ ਚੋਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਅੱਗੇ ਕੇਂਦਰ ਸਰਕਾਰ ਦੀ ਹਠ ਧਰਮਤਾ ਦਾ ਮੁਕਾਬਲਾ ਕਰਨ ਵਾਸਤੇ ਹਰਿਆਣੇ ਦੇ ਮਜ਼ਦੂਰ ਕਿਸਾਨ ਵੀ ਬੈਠੇ। ਉਸ ਸਮੇਂ ਕਿਸਾਨਾਂ ਨਾਲ ਜਿਹੜਾ ਵਾਅਦਾ ਕੇਂਦਰ ਸਰਕਾਰ ਨੇ ਕੀਤਾ ਸੀ ਉਹ ਅਜੇ ਤੱਕ ਵਿੱਚੇ ਲਟਕ ਰਿਹਾ ਹੈ। MSP ਦਾ ਸਵਾਲ ਹੈ, ਹੋਰ ਬਹੁਤ ਸਾਰੇ ਕਿਸਾਨੀ ਕਰਜ਼ਿਆਂ ਦੇ ਸਵਾਲ ਨੇ ਜਿਹੜੇ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਕੁਚਲ ਕੇ ਮਾਰ ਦਿੱਤਾ ਗਿਆ ਸੀ। ਉਹਨਾਂ ਦੇ ਹਥਿਆਰੇ ਖੁੱਲ੍ਹੇ ਫਿਰ ਰਹੇ ਨੇ। ਇਸ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਕਰਮਚਾਰੀਆਂ ਦੀਆਂ, ਹਰਿਆਣੇ ਦੇ ਕਲਰਕ ਪਿਛਲੇ ਲੰਮੇ ਸਮੇਂ ਤੋਂ ਹੜਤਾਲ 'ਤੇ ਨੇ, ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਉਹ ਸੋਧੇ ਹੋਏ ਪੇ ਗ੍ਰੇਡ ਮੰਗ ਰਹੇ ਨੇ। ਮਹਿਕਮੇ ਸਾਰੇ ਜਿਹੜੇ ਨੇ ਉਹਨਾਂ ਵਿੱਚ ਕੋਈ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਔਰ ਸਰਕਾਰੀ ਦਫ਼ਤਰਾਂ ਦਾ ਕੰਮਕਾਰ, ਘੱਗਰ ਨਾਲੀ 'ਚ ਹੜ੍ਹ ਆਏ, ਪਹਿਲਾਂ 2-4-5 ਕਿਲੋਮੀਟਰਾਂ ਤੇ ਇੱਕ ਬੇਲਦਾਰ ਹੁੰਦਾ ਸੀ, ਹੁਣ ਕੋਈ ਬੇਲਦਾਰ ਨਜ਼ਰ ਨਹੀਂ ਸੀ ਆਉਂਦਾ। ਨਾ ਨਹਿਰਾਂ ਦੀਆਂ ਪਟੜੀਆਂ ਤੇ ਬੇਲਦਾਰ, ਨਾ ਘੱਗਰ ਦੀ ਪਟੜੀ ਤੇ ਕੋਈ ਬੇਲਦਾਰ। ਬਿਜਲੀ ਮਹਿਕਮਾ, ਉਹਦੇ 'ਚ ਲਾਈਨਮੈਨ ਵਗੈਰਾ ਤੇ ਹੋਰ ਵਰਕਲੋਡ ਇੰਨਾ ਜ਼ਿਆਦਾ ਵੱਧ ਰਿਹਾ ਹੈ ਔਰ ਮੁਲਾਜ਼ਮ ਲਗਾਤਾਰ ਜਿਹੜੇ ਨੇ ਉਹਨਾਂ ਦੀ ਛਟਣੀ ਕੀਤੀ ਜਾ ਰਹੀ ਹੈ। ਇਸ ਲਈ ਸਰਕਾਰ ਦੇ ਖਿਲਾਫ ਚਾਰੇ ਪਾਸਿਆਂ ਤੋਂ ਇੱਕ ਵੱਡਾ ਜਿਹੜਾ ਹੈ ਉਹ ਜਨ ਅਸੰਤੋਸ਼, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦਾ ਲਾਵਾ, ਉਹ ਕਿਸੇ ਵੇਲੇ ਵੀ ਫੁੱਟ ਸਕਦਾ ਹੈ ਜੀ। ਵਿਰਕ ਸਾਹਿਬ, ਅਸਫਲ ਸਰਕਾਰ ਹੈ ਜੀ 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 ਕੀ ਇਹ ਮੰਨਿਆ ਜਾਵੇ ਜਿਵੇਂ ਪਿੱਛੇ ਜੇ ਇੱਕ JJP ਦੇ MLA ਨੂੰ ਥੱਪੜ ਮਾਰ ਦਿੱਤਾ ਗਿਆ ਸੀ ਜਦੋਂ ਆ ਹੜ੍ਹਾਂ ਦੀ ਸਥਿਤੀ ਬਣੀ ਤੇ ਉਹਦੇ ਦੌਰਾਨ,
ਤੇ ਕੀ ਇਹ ਮੰਨਿਆ ਜਾਵੇ ਕਿ ਕਾਂਗਰਸ ਜਿਹੜੀ ਹੈ ਉਹ ਹਰਿਆਣੇ ਦੇ ਵਿੱਚ ਵਾਪਸੀ ਕਰ ਸਕਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ, ਜਦੋਂ ਬੀਜੇਪੀ ਸਰਕਾਰ ਤੇ ਉਂਗਲ ਉੱਠਦੀ ਹੋਵੇ ਕਿ ਕੇਂਦਰ 'ਚ ਵੀ ਉਹੀ ਸਿਆਸਤ ਕਰਦੇ ਨੇ ਜਿਵੇਂ ਸੂਬਿਆਂ ਦੇ ਵਿੱਚ, ਜਿਵੇਂ ਜੋ ਕੁਝ ਮਣੀਪੁਰ 'ਚ ਵਾਪਰ ਰਿਹਾ ਹੁਣ ਉਵੇਂ ਜਿਵੇਂ ਦਾ ਇੱਥੇ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣ ਚੁੱਕੀ ਹੈ। ਹਾਲਾਂਕਿ ਮਣੀਪੁਰ 'ਚ ਤਾਂ ਕ੍ਰਿਸਚਨ ਭਾਈਚਾਰਾ ਹੈ, ਇੱਥੇ ਜਿਹੜਾ ਆ ਉੱਥੇ ਟਰਾਈਬਲ ਨੇ ਤੇ ਇੱਥੇ ਤੁਹਾਡੇ ਜਿਹੜੇ ਮੁਸਲਿਮ ਭਾਈਚਾਰਾ ਘੱਟ ਗਿਣਤੀ ਹੈ, ਪਰ ਫਿਰ ਵੀ ਸਿਆਸਤ ਤਾਂ ਉਸੇ ਢੰਗ ਦੀ ਨਜ਼ਰ ਆਉਂਦੀ ਹੈ। ਜਦੋਂ ਇਹ ਇਲਜ਼ਾਮ ਉੱਠਦੇ ਨੇ ਕਿ ਕਾਂਗਰਸ ਨੇ ਆਪਣੇ ਸਮੇਂ 'ਚ ਵੀ ਇਸੇ ਤਰ੍ਹਾਂ ਦੀ ਸਿਆਸਤ ਕੀਤੀ, ਤਾਂ ਹਰਿਆਣਾ ਦੇ ਲੋਕ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਨੇ? ਵੇਖੋ ਜੀ, ਜਿੱਥੋਂ ਤੱਕ JJP ਦਾ ਤੁਸੀਂ ਸਵਾਲ ਕੀਤਾ ਕਿ ਉਸ MLA ਸਾਹਿਬ ਨਾਲ ਦੁਰਵਿਹਾਰ ਹੋਇਆ, ਖੈਰ ਪਬਲਿਕ ਮੈਨ ਨਾਲ ਕਿਸੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਸੀਂ ਇਹਦੀ ਪ੍ਰਸ਼ੰਸਾ ਤੇ ਨਹੀਂ ਕਰ ਸਕਦੇ, ਮਾੜੀ ਗੱਲ ਹੈ, ਪਰ ਹਾਲਾਤ ਬਣਦੇ ਨੇ। ਜਜਪਾ ਵਾਲਿਆਂ ਨੇ ਪਹਿਲੀ ਵੱਡੀ ਲੋਕਾਂ ਨਾਲ ਬੇਵਫਾਈ ਤਾਂ ਇਹ ਕੀਤੀ ਕਿ ਉਹਨਾਂ ਨੇ ਫਤਵਾ ਲਿਆ ਸੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਤੇ ਉਸ ਲੋਕ ਫਤਵੇ ਦਾ ਗਲ ਘੁੱਟ ਕੇ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਬਗਲਗੀਰ ਹੋ ਕੇ ਸਾਂਝੀ ਸਰਕਾਰ ਚਲਾਉਣ ਲੱਗ ਪਏ ਜੀ। ਉਹਨਾਂ ਦੀ ਤਾਂ ਇਹ ਦਿੱਕਤ ਹੈ। ਔਰ ਜਿੱਥੋਂ ਤੱਕ ਸਵਾਲ ਹੈ ਵੀ ਕੌਣ ਆਵੇਗਾ ਜਾਂ ਕੌਣ ਨਹੀਂ ਆਉਂਦਾ, ਇਹਦੇ ਵਾਸਤੇ ਇਹ ਵੇ ਕਿ ਹਰਿਆਣੇ ਦੇ ਲੋਕ ਮਨੋਹਰ ਲਾਲ ਖੱਟੜ ਦੇ 10 ਸਾਲ ਦੇ ਰਾਜ ਤੋਂ ਪਰੇਸ਼ਾਨ ਨੇ। ਇੱਕ ਖਲਾਅ ਤਾਂ ਪੈਦਾ ਹੋ ਰਿਹਾ, ਔਰ ਇਸ ਖਲਾਅ ਨੂੰ ਭਰਨ ਵਾਸਤੇ ਜਿਹੜੇ ਲੋਕ ਵੀ ਸਿਆਣਪ ਦੇ ਨਾਲ ਇਹ ਖੱਪਾ ਭਰਨ ਦਾ ਯਤਨ ਕਰਨਗੇ ਉਹ ਸਫਲ ਹੋ ਜਾਣਗੇ। ਦੇਸ਼ ਦੇ ਵਿੱਚ ਇੱਕ ਜਿਸ ਤਰ੍ਹਾਂ ਇੰਡੀਆ ਨਾਂ ਦਾ ਗਠਬੰਧਨ ਬਣ ਗਿਆ NDA ਦੇ ਮੁਕਾਬਲੇ ਤੇ, ਜਿਹਦੇ ਵਿੱਚ ਮਤਲਬ 26, 27, 28 ਫਿਰ ਉਹ ਪਾਰਟੀਆਂ ਦੀ ਸੰਖਿਆ ਵੀ ਵਧੀ। ਹਰਿਆਣੇ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਚਰਚਾ ਵੀ ਚੱਲਦੀਆਂ ਰਹਿੰਦੀਆਂ ਨੇ ਗਠਬੰਧਨਾਂ ਦੀਆਂ ਵੀ। ਅਸੀਂ ਇਹ ਸਮਝਦੇ ਹਾਂ ਕਿ ਇਸ ਵਕਤ ਜਿਹੜਾ ਮੋਦੀ ਜਾਂ ਖੱਟੜ ਸਰਕਾਰਾਂ ਨੇ, ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ, ਇਹ ਦੇਸ਼ ਦੇ ਵਿੱਚ ਸੰਵਿਧਾਨ ਲਈ ਖਤਰਾ ਨੇ, ਇਹ ਲੋਕਤੰਤਰ ਲਈ ਖਤਰਾ ਨੇ, ਇਹ ਧਰਮ ਨਿਰਪੱਖਤਾ ਲਈ ਖਤਰਾ ਨੇ, ਇਹ ਦਲਿਤਾਂ, ਔਰਤਾਂ ਤੇ ਘੱਟ ਗਿਣਤੀਆਂ ਵਾਸਤੇ ਖਤਰਾ ਨੇ। ਇਸ ਲਈ ਜੇ ਇਹ ਸਰਕਾਰ ਨੂੰ ਲੰਮਾ ਸਮਾਂ ਬਰਦਾਸ਼ਤ ਕੀਤਾ ਜਾਂਦਾ ਹੈ ਤਾਂ ਫਿਰ ਇਹ ਜਿਹੜੀਆਂ ਕਦਰਾਂ ਕੀਮਤਾਂ ਵਾਸਤੇ ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ, ਉਹ ਸਾਡੀਆਂ ਕਦਰਾਂ ਕੀਮਤਾਂ ਧੂਲ ਧੁਸਰਤ ਹੋ ਜਾਣਗੀਆਂ, ਮਿੱਟੀ 'ਚ ਮਿਲ ਜਾਣਗੀਆਂ। ਇਸ ਲਈ ਤਬਦੀਲੀ ਤਾਂ ਆਵੇਗੀ, ਔਰ ਉਸ ਤਬਦੀਲੀ ਵਾਸਤੇ ਇੱਕ ਸੁਚੱਜਾ ਮਾਹੌਲ ਬਣਾਉਣਾ ਉਹ ਸਾਰੀਆਂ ਲੋਕ ਪੱਖੀ ਤਾਕਤਾਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਜੀ। ਵਿਰਕ ਸਾਹਿਬ, ਮੈਂ ਆਖਰੀ ਸਵਾਲ ਪੁੱਛਾਂਗਾ ਕਿ ਹਰਿਆਣੇ ਦਾ ਜਾਟ ਭਾਈਚਾਰਾ ਜਿਹੜਾ ਆ ਉਹ ਕਾਫੀ ਐਕਟਿਵ ਰਹਿੰਦਾ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ, ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਹ ਚਰਚਾ ਤੁਰਦੀ ਆ ਕਿ ਸਰਕਾਰ ਜਿਹੜੀ ਹੈ ਉਹ ਅਸਲ ਜਿਹੜੇ ਮਾਸਟਰ ਮਾਈਂਡ ਨੇ, ਜਿਵੇਂ ਮੋਨੂ ਮਾਨੇਸਰ ਦਾ ਨਾਂ ਚੱਲਦਾ ਆ ਜਾਂ ਹੋਰ ਵੀ ਜਿਹੜੇ ਨੇ, ਕੀ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏਗੀ, ਕੀ ਉਹਨਾਂ ਤੇ NSA ਲੱਗੇਗਾ, ਕੀ ਉਹਨਾਂ ਤੇ ਕਾਰਵਾਈ ਕਰੇਗੀ, ਜਾਂ ਫਿਰ ਉਹਨਾਂ ਨੂੰ ਬਚਾ ਰਹੀ ਹੈ? ਇਹਨਾਂ ਸਾਰੇ ਸਵਾਲਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਹਰਿਆਣੇ ਦੀ ਪੋਜੀਸ਼ਨ ਜਿਹੜੀ ਹੈ ਇਹਨਾਂ ਹਾਲਾਤਾਂ ਵਿੱਚ ਕਿਸ ਤਰ੍ਹਾਂ ਦੀ ਬਣਦੀ ਹੈ, ਕਿ ਕੀ ਵਾਕਈ ਜਿਹੜਾ ਸਰਕਾਰ ਇਹਨਾਂ ਮਸਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਹਾਲਾਂਕਿ ਬਿਆਨਬਾਜ਼ੀ ਦੇ ਵਿੱਚ ਤੇ ਇਹੀ ਗੱਲ ਆ ਰਹੀ ਹੈ ਕਿ ਅਸੀਂ ਇਹਨਾਂ ਸਾਰਿਆਂ ਉੱਤੇ ਕਾਰਵਾਈ ਕਰਾਂਗੇ, ਪਰ ਕਿਹੜੀ ਧਿਰ ਉੱਤੇ ਕਿਸ ਢੰਗ ਨਾਲ ਕਾਰਵਾਈ ਕਰਨੀ ਹੈ, ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਛੱਡਦੀ ਹੈ। ਰਾਜ ਦਾ ਕੰਮ, ਰਾਜ ਕਰਨ ਵਾਲਿਆਂ ਦਾ ਪਹਿਲਾ ਫਰਜ਼ ਇਹ ਹੁੰਦਾ ਹੈ ਕਿ ਉਹ ਨਾ ਸਿਰਫ ਨਿਰਪੱਖਤਾ ਨਾਲ ਰਾਜ-ਕਾਜ ਚਲਾਉਣ, ਸਗੋਂ ਇਹ ਨਜ਼ਰ ਵੀ ਆਵੇ, ਲੋਕ ਇਹ ਮਹਿਸੂਸ ਵੀ ਕਰਨ ਕਿ ਰਾਜ ਸਾਰਿਆਂ ਦੇ ਨਾਲ ਇੱਕੋ ਜਿਹਾ ਸਲੂਕ ਕਰ ਰਿਹਾ ਹੈ। ਇਹ ਬੁਨਿਆਦੀ ਸ਼ਰਤ ਹੈ ਰਾਜ ਕਰਨ ਵਾਲਿਆਂ ਦੀ। ਔਰ ਪਿਛਲਾ ਤਜਰਬਾ ਇਹ ਦੱਸਦਾ ਹੈ ਕਿ ਇਸ BJP ਸਰਕਾਰ
ਸਾਧਾਂ ਨੂੰ ਚੋਰਾਂ ਨੂੰ ਤਾਂ ਕਹਿੰਦੀ ਹੈ ਲੱਗੋ, ਔਰ ਸਾਧਾਂ ਨੂੰ ਕਹਿੰਦੀ ਹੈ ਕਿ ਭੱਜੋ। ਇਸ ਨੀਤੀ ਤੇ ਚੱਲ ਰਹੀ ਹੈ। ਇਹ ਦਮਗਜੇ ਮਾਰੇਗੀ। ਠੋਸ ਕਾਰਵਾਈ ਜੇ ਇਹਨਾਂ ਕਰਨੀ ਹੋਵੇ ਜਾਂ ਠੋਸ ਕਾਰਵਾਈ ਦਾ ਇਹਨਾਂ ਦੇ ਕੋਲ ਜੇ ਮਾਦਾ ਹੋਵੇ ਤਾਂ ਫਿਰ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਵਾਪਰਦੀਆਂ ਹੀ ਨਹੀਂ ਸਨ। ਜਿਹੜੇ ਲੋਕਾਂ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਉਹ ਇਹ ਸਮਝਦੇ ਨੇ, ਇਹ ਸੋਚ ਕੇ ਹੀ ਉਹ ਇਹ ਕੁਛ ਕਰਨ ਲੱਗੇ। ਸਈਆਂ ਭੈ ਕੋਤਵਾਲ ਅਬ ਡਰ ਕਾਹੇ ਕਾ। ਬਿਲਕੁਲ। ਉਹ ਉਹਨਾਂ ਲੋਕਾਂ ਦੀ, ਜਿਹਨੂੰ ਪੰਜਾਬੀ ਚ ਅਸੀਂ ਕਹਿ ਦਿੰਦੇ ਹਾਂ ਵੀ ਜਦੋਂ ਚੋਰ ਤੇ ਕੁੱਤੀ ਰਲ ਜਾਂਦੀ ਹੈ ਉਦੋਂ ਸੰਨ ਲੱਗ ਜਾਂਦੀ ਹੈ। ਫਿਰ ਤੁਸੀਂ ਆਪਣਾ ਬਚਾਅ ਨਹੀਂ ਕਰ ਸਕਦੇ। ਜਿਨ੍ਹਾਂ ਦੇ ਜੁੰਮੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਸਵਾਲ, ਜੇ ਉਹ ਹੀ ਕਾਤਲਾਂ ਦੇ ਨਾਲ ਮਿਲ ਜਾਣ ਜਾਂ ਉਹਨਾਂ ਨੂੰ ਹੱਲਾਸ਼ੇਰੀ ਦੇਣ ਤਾਂ ਇਹ ਠੀਕ ਹੈ। ਬਿਆਨ ਵਿਜ ਸਾਹਿਬ ਦੇ ਵੀ ਆ ਰਹੇ ਨੇ, ਮਨੋਹਰ ਲਾਲ ਹੋਰਾਂ ਦੇ ਵੀ ਆ ਰਹੇ ਨੇ ਕਿ ਇਹ ਸਾਰਾ ਚੁਸਤ ਦਰੁਸਤ ਕਰ ਦਿਆਂਗੇ, ਪਰ ਅਸੀਂ ਕਾਮਨਾ ਕਰਦੇ ਹਾਂ ਕਿ ਉਹ ਕਰ ਸਕਣ ਜੀ। ਇਹ ਸਾਰਾ ਇਹਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ। ਅਸੀਂ ਆਪਣੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਤੁਹਾਨੂੰ ਉਕਸਾਉਣ ਵਾਲੀਆਂ ਘਟਨਾਵਾਂ ਸ਼ਾਇਦ ਫੇਰ ਵੀ ਵਾਪਰਨ, ਪਰ ਤੁਸੀਂ ਆਪਣਾ ਵਿਵੇਕ ਨਹੀਂ ਗਵਾਉਣਾ। ਤੁਸੀਂ ਆਪਣੀ ਧੀਰਜ, ਸਹਿਣਸ਼ੀਲਤਾ ਇਹਨੂੰ ਬਣਾਈ ਰੱਖਣਾ। ਔਰ ਇਹ ਜਿਹੜੀ ਫਿਰਕਿਆਂ ਦੀ ਸਾਂਝ, ਸਾਡੀ ਜਿਹੜਾ ਸੰਪਰਦਾਇਕ ਭਾਈਚਾਰਾ ਹੈ, ਇਹਦੀ ਅੱਖ ਦੀ ਪੁਤਲੀ ਵਾਂਗੂ ਰਾਖੀ ਕਰੋਗੇ ਤਾਂ ਬਚ ਸਕਾਂਗੇ। ਇਹ ਸਾਡਾ ਦੇਸ਼ ਯੂਨਿਟੀ ਇਨ ਡਾਈਵਰਸਿਟੀ ਹੈ। ਇਹ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਹੈ। ਇੱਥੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਕਹਿ ਗਏ ਨੇ ਬਹੁਤ ਪਹਿਲਾਂ, ਦੇਹਰਾ ਮਸੀਤ ਸੋਈ ਪੂਜਾ ਉਹ ਨਮਾਜ਼ ਹੋਈ, ਮਾਨਸ ਸਾ ਵੇਖ ਪੈ ਅਨੇਕ ਕੋ ਪ੍ਰਭਾਵ ਹੈ ਜੀ। ਇਹ ਲੋਕਾਂ ਦਾ ਰਹਿਣ ਸਹਿਣ, ਰਸਮੋ ਰਿਵਾਜ ਉਹ ਵੱਖੋ ਵੱਖਰਾ ਹੁੰਦਾ ਹੈ, ਪਰ ਹੈ ਪ੍ਰਾਣੀ ਮਾਤਰ, ਮਨੁੱਖ ਮਾਤਰ ਸਾਰਾ ਇੱਕੋ ਜਿਹਾ। ਇਸ ਲਈ ਇਹ ਛੋਟੇ ਮੋਟੇ ਮਤਭੇਦ ਸਾਡੀ ਤਰੱਕੀ ਦੇ ਰਾਹ ਦਾ ਰੋੜਾ ਨੇ। ਜੇ ਅਸਾਂ ਵਿਕਾਸ ਕਰਨਾ ਹੈ, ਸਾਡੀਆਂ ਮੁੱਖ ਸਮੱਸਿਆਵਾਂ ਭੁੱਖ ਨੰਗ, ਗਰੀਬੀ, ਮੰਦਹਾਲੀ, ਅਨਪੜ੍ਹਤਾ, ਜਹਾਲਤ, ਪਛੜੇਵਾਂ ਔਰ ਬੇਰੁਜ਼ਗਾਰੀ। ਅੱਜ ਲੱਖਾਂ ਕਰੋੜਾਂ ਦੀ ਗਿਣਤੀ 'ਚ ਸਾਡੇ ਨੌਜਵਾਨ ਡਿਗਰੀਆਂ ਲੈ ਕੇ ਸੜਕਾਂ ਤੇ ਮਾਰੇ ਫਿਰ ਰਹੇ ਨੇ। ਉਹਨਾਂ ਨੂੰ ਕੋਈ ਭਵਿੱਖ ਨਹੀਂ ਦਿਸ ਰਿਹਾ। ਸਰਕਾਰੀ ਮਹਿਕਮੇ ਸਾਰੇ ਬੰਦ ਹੋਈ ਜਾਂਦੇ ਨੇ ਔਰ ਬਹੁਤ ਕੁਛ ਜਿਹੜਾ ਉਹ ਇਹਨਾਂ ਸਰਕਾਰਾਂ ਨੇ ਵਿਲੇ ਲਾ ਦਿੱਤਾ ਹੈ। ਲੋਕਾਂ ਦੇ ਖੂਨ ਪਸੀਨੇ ਨਾਲ ਜਿਹੜੇ ਸਰਕਾਰੀ ਅਦਾਰੇ ਉਸਾਰੇ ਗਏ ਸੀ ਦੇਸ਼ ਦੇ ਵਿੱਚ, ਉਹ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜਾਂ ਵਾਂਗੂ ਅਡਾਣੀਆਂ ਅੰਬਾਨੀਆਂ ਦੇ ਹਵਾਲੇ ਕਰ ਦਿੱਤੇ ਗਏ ਨੇ। ਐਤਕੀ ਸਾਰਾ ਟਮਾਟਰ ਅਡਾਣੀ ਸਾਹਿਬ ਦੀਆਂ ਚਲਾ ਗਿਆ ਉਹਨਾਂ ਦੇ ਸਟੋਰਾਂ 'ਚ। ਔਰ ਉਹ ਟਮਾਟਰ ਜਿਹੜਾ ਕਿਸਾਨ ਨੂੰ, ਜਿਹਦਾ 1 ਰੁਪਇਆ ਕਿੱਲੋ ਨਹੀਂ ਮਿਲਦਾ, ਅੱਜ 200 ਰੁਪਏ ਕਿੱਲੋ ਤੋਂ ਉੱਤੇ ਬਾਜ਼ਾਰ 'ਚ ਵੇਚ ਰਿਹਾ ਹੈ ਜੀ। ਇਸ ਤਰ੍ਹਾਂ ਹੀ ਹੋਰਨਾਂ ਚੀਜ਼ਾਂ ਨਾਲ ਜੇ ਕਣਕ ਦੇ ਮਾਮਲੇ 'ਚ ਸਰਕਾਰ ਨੇ ਇਹਨਾਂ ਦੀ ਚਾਲ ਉਹ ਖੇਤੀ ਕਾਨੂੰਨਾਂ ਵਾਲੀ ਸਫਲ ਹੋ ਜਾਂਦੀ, ਸਰਕਾਰੀ ਖਰੀਦ ਤੋੜ ਦਿੰਦੇ, FCI ਵਗੈਰਾ ਦਾ ਭੋਗ ਪਾਉਣ ਦੀਆਂ ਤਾਂ ਸਾਰੀਆਂ ਤਿਆਰੀਆਂ ਉਹਨਾਂ ਨੇ ਕੀਤੀਆਂ ਹੀ ਨੇ, ਤਾਂ ਕਣਕ ਦਾ ਆਟਾ ਵੀ ਪੁੜੀਆਂ 'ਚ ਵੱਜ ਕੇ ਵਿਕਿਆ ਕਰੇਗਾ। ਉਹ ਵੀ ਲੋਕਾਂ ਦੀ ਪਹੁੰਚ 'ਚ ਨਹੀਂ ਰਹੇਗਾ ਜੀ। ਜੀ ਵਿਰਕ ਸਾਹਿਬ, ਮੇਰੇ ਸਵਾਲ ਦਾ ਜਵਾਬ ਮੁਕੰਮਲ ਕਰਿਓ ਕਿ ਜਦੋਂ ਮੈਂ ਜਾਟ ਭਾਈਚਾਰੇ ਦੀ ਗੱਲ ਕਰਦਾ ਕਿ ਉਹਨਾਂ ਦੀ ਭੂਮਿਕਾ ਇਸ ਸਭ ਦੇ ਦੌਰਾਨ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ, ਜਾਂ ਜਦੋਂ ਇੱਥੋਂ ਵਾਲੇ ਸਿੱਖਾਂ ਨੂੰ ਲੈ ਕੇ ਜਾਂ ਖਾਲਿਸਤਾਨ ਦੀ ਗੱਲ ਤੁਰਦੀ ਹੈ, ਤਾਂ ਜੇ ਇਸ ਤਰ੍ਹਾਂ ਘੱਟ ਗਿਣਦਿਆਂ ਨੂੰ ਨਿਸ਼ਾਨੇ ਤੇ ਬਣਾਇਆ ਜਾਂਦਾ ਹੈ ਕਿ ਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਨੇ ਇੱਕ ਵੱਡਾ ਦੁਖਾਂਤ ਭੋਗਿਆ 1978 ਤੋਂ ਲੈ ਕੇ 1992 ਤੱਕ 13-14 ਸਾਲਾਂ 'ਚ, ਉਹਦੇ 'ਚ ਸਾਡਾ ਬਹੁਤ ਕੁਝ ਅਸੀਂ ਆਪਣਾ ਗਵਾਇਆ। ਔਰ ਜਿਹੜਾ ਕਿਸਾਨ ਅੰਦੋਲਨ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ, ਉਹਨੇ ਸਾਡਾ ਜਿਹੜਾ ਗਵਾਚਾ ਵਕਾਰ ਸੀ ਉਹਨੂੰ ਫੇਰ ਬਹਾਲ ਕਰ ਦਿੱਤਾ। ਕਿਸਾਨ ਅੰਦੋਲਨ ਦੁਆਰਾ
ਪੰਜਾਬੀ ਭਾਈਚਾਰੇ ਦਾ, ਸਿੱਖਾਂ ਦਾ ਉਹ ਗਵਾਚਾ ਵਕਾਰ ਜਿਹੜਾ ਨਾ, ਮੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਗੈਰ ਸਿੱਖ ਪਿੰਡ ਜਿਹੜੇ ਜਾਟ ਭਾਈਚਾਰੇ ਦੇ ਪਿੰਡ ਨੇ, ਉਹਨਾਂ ਨੇ ਆਪੋ 'ਚ ਫੈਸਲਾ ਕਰਕੇ ਇਹ ਕਿਹਾ ਕਿ ਰਸਤਾ ਕਣਕ ਦੀ ਉਗਰਾਈ ਗੁਰਦੁਆਰਿਆਂ 'ਚ ਭੇਜੋ ਭਾਈ, ਜਿਹੜੇ ਕਿਸਾਨਾਂ ਲਈ ਲੰਗਰ ਲਾਉਂਦੇ ਨੇ। ਇੱਕ ਵਰਤਾਰਾ ਤਾਂ ਇਹ ਵੇ। ਔਰ ਜਦੋਂ ਦੂਜੇ ਪਾਸੇ ਖਾਲਿਸਤਾਨ ਦੀ ਮੰਗ ਉਭਾਰੀ ਜਾਂਦੀ ਹੈ ਤਾਂ ਉਸ ਮੰਗ ਦੇ ਨਾਲ ਉਹਦਾ ਮਕਸਦ ਸਿਰਫ ਇਹ ਹੀ ਹੈ ਕਿ ਜਿਹੜੇ ਗੈਰ ਸਿੱਖ ਨੇ ਜਾਂ ਹਿੰਦੂ ਭਾਈਚਾਰਾ ਹੈ ਜਾਂ ਹਰਿਆਣੇ ਦਾ ਜਾਟ ਭਾਈਚਾਰਾ ਹੈ, ਇਹਨਾਂ ਦੇ ਮਨਾਂ 'ਚ ਸਿੱਖਾਂ ਬਾਰੇ ਫੇਰ ਵਿਸਵਿਸੇ ਪੈਦਾ ਕੀਤੇ ਜਾਣ। ਹਰਿਆਣੇ ਦਾ ਜਾਟ ਮਿਹਨਤੀ ਹੈ, ਉਹ ਜਾਂ ਕਿਸਾਨ ਹੈ ਜਾਂ ਸੈਨਾ 'ਚ ਵੇ, ਕੁਛ ਚਲੋ ਸਰਕਾਰੀ ਮੁਲਾਜ਼ਮਤ 'ਚ ਵੀ ਹੈ, ਪਰ ਰਾਜਨੀਤੀ ਜਾਤਾਂ ਜਾਂ ਭਾਈਚਾਰਿਆਂ ਦੇ ਤੌਰ 'ਤੇ ਨਹੀਂ ਚੱਲਦੀ। ਰਾਜਨੀਤੀ ਵਰਗਾਂ ਦੇ ਹਿੱਤ ਨੇ ਜਿਹੜੇ, ਉਹਨਾਂ ਦੇ ਮੁਤਾਬਕ ਚੱਲਦੀ ਹੈ। ਅਤੇ ਸਾਨੂੰ ਆਪਣੇ ਮਜ਼ਦੂਰਾਂ, ਕਿਸਾਨਾਂ, ਦਸਤਕਾਰਾਂ, ਇਹਨਾਂ ਦੇ ਜਿਹੜੇ ਸਾਂਝੇ ਮਸਲੇ ਨੇ ਉਹਨਾਂ ਵਾਸਤੇ ਸਾਂਝੇ ਘੋਲ ਲਾਮਬੰਦ ਕਰਨੇ ਪੈਣਗੇ, ਮੇਰੀ ਇਹ ਸਮਝ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਿਰਕ ਸਾਹਿਬ। ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਪੰਜਾਬ ਵਾਲੇ ਸੱਜਣੋ, ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ, ਧੰਨਵਾਦ ਸਾਡਾ। ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸਰਦਾਰ ਸਵਰਨ ਸਿੰਘ ਵਿਰਕ ਹਰਿਆਣਾ ਤੋਂ ਸਾਡੇ ਨਾਲ ਜੁੜੇ ਸੀ। ਹਰਿਆਣਾ ਦੀ ਸਿਆਸਤ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ। ਧੰਨਵਾਦ।